ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਕਿਸਾਨਾਂ ਵੱਲੋਂ ਵੱਡਾ ਹੱਲਾ ਬੋਲ ਦਿੱਤਾ ਗਿਆ ਹੈ। ਜਿੱਥੇ ਇੱਕ ਪਾਸੇ ਇਸ ਯੋਜਨਾ ਦੇ ਵਿਰੋਧ ਦੇ ਵਿੱਚ ਦੇਸ਼ ਭਰ ਦੇ ਵਿੱਚ ਨੌਜਵਾਨਾਂ ਵੱਲੋਂ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਉੱਥੇ ਹੀ ਅੱਜ 24 ਜੂਨ ਨੂੰ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦਾ ਸੱਦਾ ਕਿਸਾਨ ਜਥੇਬੰਦੀਆਂ ਵੱਲੋਂ ਵੀ ਦਿੱਤਾ ਗਿਆ ਸੀ। ਅੱਜ ਅੰਮ੍ਰਿਤਸਰ ਦੇ ਵਿੱਚ ਗੋਲਡਨ ਗੇਟ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਅਗਨੀਪਥ ਯੋਜਨਾ ਦੇ ਵਿਰੋਧ ਦੇ ਵਿੱਚ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਹੈ, ਜਿਸ ਮੌਕੇ ਤੇ ਕਿਸਾਨ ਆਗੂਆਂ ਸਮੇਤ ਸਾਬਕਾ ਫੌਜੀਆਂ ਵੱਲੋਂ ਵੀ ਕੇਂਦਰ ਸਰਕਾਰ ਨੂੰ ਵੱਡੇ ਸੰਘਰਸ਼ ਦੀ ਚੇਤਾਵਨੀ ਦੇ ਦਿੱਤੀ ਗਈ ਹੈ। ਦੱਸੀਏ ਕਿ ਗੋਲਡਨ ਗੇਟ ਅੰਮ੍ਰਿਤਸਰ ਸਮੇਤ ਜ਼ਿਲ੍ਹੇ ਦੇ ਵਿੱਚ ਲਗਭਗ 18 ਥਾਵਾਂ ਉੱਤੇ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਨੇ। ਇਸ ਮੌਕੇ ਤੇ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਵੱਲੋਂ ਆਖਿਆ ਗਿਆ ਹੈ ਕਿ ਮੋਦੀ ਸਰਕਾਰ ਵੱਲੋਂ ਪਹਿਲਾਂ ਕਿਸਾਨਾਂ ਦੇ ਉੱਪਰ ਜ਼ੋਰ ਅਜ਼ਮਾਇਸ਼ ਕੀਤੀ ਗਈ ਅਤੇ ਹੁਣ ਜਵਾਨਾਂ ਦੇ ਉੱਪਰ ਜ਼ੋਰ ਅਜ਼ਮਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਇਸ ਵਾਰ ਇੱਕ ਵਾਰ ਫਿਰ ਤੋਂ ਕੇਂਦਰ ਸਰਕਾਰ ਫੇਲ ਹੋਵੇਗੀ। ਇਸ ਦੇ ਨਾਲ ਹੀ ਕਿਸਾਨ ਆਗੂਆਂ ਵੱਲੋਂ ਕੇਂਦਰ ਸਰਕਾਰ ਨੂੰ ਤਿੱਖੇ ਸੰਘਰਸ਼ੀ ਚੇਤਾਵਨੀ ਦਿੰਦੇ ਹੋਏ ਆਖਿਆ ਗਿਆ ਹੈ ਕਿ ਜੇਕਰ ਹੁਣ ਵੀ ਕੇਂਦਰ ਸਰਕਾਰ ਪਿੱਛੇ ਨਾ ਹਟੀ ਤਾਂ ਅੱਗੇ ਉਹਨਾਂ ਵੱਲੋਂ ਵੱਡੇ ਐਕਸ਼ਨ ਨੂੰ ਉਲੀਕਿਆ ਜਾਵੇਗਾ। ਮੈਂ ਸਰਵਨ ਸਿੰਘ ਪੰਧੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾ ਜਨਰਲ ਸਕੱਤਰ ਬੋਲਦਾ ਜੀ। ਅੱਜ ਅਸੀਂ ਗੋਲਡਨ ਗੇਟ ਤੇ ਮੋਦੀ ਸਰਕਾਰ ਦੀ ਅਰਥੀ ਫੂਕੀ ਹੈਗੀ ਆ, ਇਸ ਕਰਕੇ ਫੂਕੀ ਆ ਵੀ ਜਿਹੜੀ ਅਗਨੀਪਥ ਯੋਜਨਾ ਫੌਜ ਦੇ ਵਿੱਚ ਭਰਤੀ ਵਾਸਤੇ ਲਿਆਂਦੀ ਗਈ ਆ, ਉਹਦਾ ਵਿਰੋਧ ਕਰਨ ਵਾਸਤੇ ਅੱਜ ਪੂਰੇ ਪੰਜਾਬ 'ਚ ਸਾਡੀ ਜਥੇਬੰਦੀ, ਪੂਰੇ ਦੇਸ਼ ਵਿੱਚ ਸਾਰੀਆਂ ਦੇਸ਼ ਦੀਆਂ ਜਥੇਬੰਦੀਆਂ ਤਾਲਮੇਲਵੇਂ ਪ੍ਰੋਗਰਾਮ ਤਹਿਤ ਇਹ ਪ੍ਰੋਗਰਾਮ ਕਰ ਰਹੀਆਂ ਹੈਗੀਆਂ ਨੇ। ਜਿਹੜੇ ਤਰਕ ਦਿੱਤੇ ਜਾ ਰਹੇ ਨੇ ਫੌਜ ਦੀ ਭਰਤੀ ਨੂੰ ਲੈ ਕੇ ਵੀ 4 ਸਾਲਾਂ ਬਾਅਦ 12 ਲੱਖ ਰੁਪਈਆ ਦੇਵਾਂਗੇ, ਪ੍ਰਾਈਵੇਟ ਖੇਤਰ ਵਿੱਚ ਜਾ ਕੇ ਵੀ ਤੁਸੀਂ ਕੋਈ 5-7 ਲੱਖ ਰੁਪਈਆ ਕਮਾ ਸਕਦੇ ਹੋ, 25 ਸਾਲ ਬਾਅਦ ਤੁਸੀਂ ਘਰ ਨੂੰ ਜਾ ਰਹੇ ਜੇ, ਤੁਹਾਡੇ ਭਵਿੱਖ ਬਾਰੇ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈਗੀ। ਰਤਨ ਟਾਟਾ ਜੀ ਬਿਆਨ ਦਿੰਦੇ ਨੇ ਵੀ 4 ਸਾਲ ਬਾਅਦ ਜੇ ਮੁੰਡੇ ਰਿਟਾਇਰ ਹੁੰਦੇ ਆ ਤੇ ਸਾਡੀ ਕੰਪਨੀ ਵਿੱਚ ਰੁਜ਼ਗਾਰ ਮਿਲੂਗਾ। ਸਾਡਾ ਇਹਦੇ ਪਿੱਛੇ ਤਰਕ ਹੈਗਾ ਵੀ ਇਹ ਨਿੱਜੀਕਰਨ ਦੀ ਨੀਤੀ ਦਾ ਇੱਕ ਅੰਗ ਹੈਗਾ। ਇਹ ਨੌਜਵਾਨਾਂ ਨੂੰ ਫੌਜ ਦੇ ਵਿੱਚ ਕੱਚੇ ਮਾਲ ਵਜੋਂ ਤਿਆਰ ਕਰਕੇ ਕਾਰਪੋਰੇਟ ਦੇ ਹੱਥਾਂ ਵਿੱਚ ਫੜਾਇਆ ਜਾਣਾ, ਇਹਦਾ ਅਸੀਂ ਵਿਰੋਧ ਕਰ ਰਹੇ ਹੈਗੇ ਹਾਂ। ਟੈਕਨੀਕਲ ਤੌਰ ਤੇ 4 ਸਾਲਾਂ ਵਿੱਚ ਕੋਈ ਵੀ ਜਵਾਨ ਇੱਕ ਸਹੀ ਫੌਜੀ ਨਹੀਂ ਬਣ ਸਕਦਾ, ਉਹਨੂੰ ਤਜਰਬੇ ਦੀ ਲੋੜ ਹੁੰਦੀ ਆ। ਦੂਸਰਾ, ਜਿਹੜੀ ਫੌਜ ਦੀ ਪੈਨਸ਼ਨ ਬੰਦ ਕਰਨ ਦੇ ਫੈਸਲੇ ਹੋਏ ਨੇ ਉਹ ਸਾਰੀ ਉਮਰ ਸਰਹੱਦਾਂ ਤੇ ਗਾਲਦਾ ਵਾ, ਕੁਰਬਾਨੀ ਦਿੰਦਾ ਵਾ, ਸ਼ਹੀਦ ਵੀ ਹੁੰਦਾ ਵਾ। ਹੁਣ ਤੁਸੀਂ ਦੇਖੋ ਵੀ ਲੀਡਰਾਂ ਦੀਆਂ ਪੈਨਸ਼ਨਾਂ ਜਿੰਨੀ ਵਾਰੀ ਪ੍ਰਧਾਨ ਮੰਤਰੀ ਜੀ ਬਣਨ ਉਨੀ ਵਾਰ ਪੈਨਸ਼ਨ, ਜਿੰਨੀ ਵਾਰੀ MP ਬਣੇ ਉਨੀ ਵਾਰੀ ਪੈਨਸ਼ਨ, MLA ਬਣੇ ਪੈਨਸ਼ਨ, ਪਰ ਫੌਜੀ ਜਵਾਨ ਦੀ ਪੈਨਸ਼ਨ ਬੰਦ ਕੀਤੀ ਜਾ ਰਹੀ ਹੈ। ਉਹ ਭਾਜਪਾ ਸਰਕਾਰ ਜਿਹੜੀ ਜਵਾਨਾਂ ਦੇ ਨਾਂ ਤੇ ਰਾਜਨੀਤੀ ਕਰਦੀ ਸੀ ਵੀ ਦੇਸ਼ ਦੀ ਸੁਰੱਖਿਆ ਸਭ ਤੋਂ ਅਹਿਮ ਹੈਗੀ ਆ, ਤੇ ਅੱਜ ਦੇਸ਼ ਦੀ ਸੁਰੱਖਿਆ ਨੂੰ ਦਾਅ ਤੇ ਲਾਇਆ ਜਾ ਰਿਹਾ ਹੈਗਾ। ਅਜੇ ਕਿਹਾ ਜਾ ਰਿਹਾ ਹੈ, ਪ੍ਰਚਾਰ ਕੀਤਾ ਜਾ ਰਿਹਾ ਵੀ ਪੈਸੇ ਜਿਹੜੀ ਤੁਸੀਂ ਗੱਲ ਕਹੀ 4-5 ਲੱਖ ਤੋਂ ਇਲਾਵਾ ਜਿਹੜਾ ਰਿਟਾਇਰਮੈਂਟ ਦਾ ਪੈਸਾ ਮਿਲਣਾ, ਉਹਦੇ ਨਾਲ ਜਿਹੜਾ ਜਵਾਨ ਹੈ ਉਹ ਆਪਣੇ ਕੱਲ੍ਹ ਨੂੰ ਰੋਜ਼ਗਾਰ ਵੀ ਖੋਲ੍ਹ ਸਕਦਾ, ਜੇ ਚਾਹੇ ਤੇ ਨੌਕਰੀ ਵੀ ਕਰ ਸਕਦਾ, ਜੇ ਪ੍ਰਾਈਵੇਟ ਨੌਕਰੀ ਵੀ ਕਰਨਾ ਚਾਹੁੰਦਾ ਤਾਂ ਉਹ ਵੀ ਕਰ ਸਕਦਾ, ਪਰ ਉਹਦੇ ਕੋਲ ਇੰਨੇ ਪੈਸੇ ਹੋਣਗੇ। ਜਿਸ ਤਰ੍ਹਾਂ UP ਬਿਹਾਰ ਦੀ ਆਪਾਂ ਗੱਲ ਕਰ ਲਈ ਤੇ ਉਹ ਮਜ਼ਦੂਰੀ ਵੀ ਇੱਥੇ ਨਹੀਂ ਮਿਲਦੀ, ਉਹਨਾਂ ਨੂੰ ਪੰਜਾਬ 'ਚ ਆਉਣਾ ਪੈਂਦਾ, ਤੇ ਇਹ ਤੁਸੀਂ ਨਹੀਂ ਸਮਝਦੇ ਵੀ ਇਹਦੇ ਨਾਲ ਕੋਈ ਆਤਮ ਨਿਰਭਰਤਾ ਹੋਊਗੀ ਜਿਸ ਤਰ੍ਹਾਂ ਪ੍ਰਚਾਰ ਕੀਤਾ ਜਾ ਰਿਹਾ? ਦੇਖੋ ਫਿਰ ਉਹ ਸਿੱਧੇ ਰੂਪ ਵਿੱਚ ਕਹਿਣਾ, ਫਿਰ ਤੁਸੀਂ ਪ੍ਰਾਈਵੇਟ ਖੇਤਰ ਨੂੰ ਉਤਸ਼ਾਹ ਕਰ ਰਹੇ, ਜਿਹੜੀ ਸਾਡੀ ਗੱਲ ਆ ਵੀ ਤੁਸੀਂ ਕੁਝ ਸਮੇਂ ਲਈ ਬੰਦੇ ਟ੍ਰੇਨ ਕੀਤੇ, ਫੌਜ ਤੋਂ ਕੱਢ ਦਿੱਤੇ, ਤੇ ਉਹਨੂੰ ਪ੍ਰਾਈਵੇਟ ਖੇਤਰ ਦੇ ਹਵਾਲੇ ਕਰਤਾ। ਪ੍ਰਾਈਵੇਟ ਖੇਤਰ ਤਾਂ ਵੈਸੇ ਵੀ ਨੌਜਵਾਨਾਂ ਲਈ ਖੁੱਲ੍ਹਾ, ਜਦੋਂ ਮਰਜ਼ੀ ਰੁਜ਼ਗਾਰ ਕਰ ਲੈਣ, ਠੀਕ ਹੈ ਜੀ। ਤੇ ਬਹੁਤ ਸਾਰੇ ਲੋਕਾਂ ਕੋਲ, ਕਿਸਾਨੀ ਕੋਲੇ ਪੈਸਾ ਹੈਗਾ, ਉਹ ਕਿੱਲਾ ਵੇਚ ਕੇ 20 ਲੱਖ ਰੁਪਈਆ ਲਾ ਸਕਦੇ ਆ, ਪਰ ਰੁਜ਼ਗਾਰ ਕਿਹੜਾ ਕਰਨ ਨੂੰ ਹੈਗਾ? ਰੁਜ਼ਗਾਰ ਤਾਂ ਹੈ ਨਹੀਂਗਾ। ਜਿੰਨੇ ਰੁਜ਼ਗਾਰ ਪਹਿਲੋਂ ਨੇ ਲਘੂ ਉਦਯੋਗ ਦੇਸ਼ ਦਾ ਫੇਲ ਹੋ ਗਿਆ, ਠੀਕ ਆ ਸਾਰਾ ਕੁਝ। ਤਾਂ ਹੁਣ ਇਹ ਨਵੀਆਂ ਗੱਲਾਂ ਦੇ ਤਰਕ ਜਿਹੜੇ ਨੇ ਉਹਨਾਂ ਵਿੱਚ ਕੋਈ ਬੈਨੀਫਿਟ ਨਹੀਂ ਹੈਗਾ। ਹਾਂ ਦੇਖੋ, ਦੋਵੇਂ ਖੇਤਰ ਵੱਡੇ ਸੀਗੇ। ਕਿਸਾਨਾਂ ਦਾ ਖੇਤਰ ਵੀ 80 ਕਰੋੜ ਦੇ ਨੇੜੇ ਤੇੜੇ ਆ, ਯੂਥ ਵੀ ਸਾਡੇ ਦੇਸ਼ ਦੀ 50% ਆਬਾਦੀ ਦੇ ਨੇੜੇ ਤੇੜੇ ਆ। ਦੋਵੇਂ ਖੇਤਰ ਵੱਡੇ ਆ। ਕਿਸਾਨਾਂ ਤੇ ਜ਼ੋਰ ਜਮਾਈ ਕਰਕੇ ਦੇਖ ਲਈ, ਜਵਾਨਾਂ ਤੇ ਕਰ ਰਹੇ ਚ ਵੀ ਫੇਲ ਹੋਣਗੇ। ਅੱਜ ਮੋਦੀ ਸਰਕਾਰ ਦੀ ਅਰਥੀ ਸਾੜੀ ਗਈ ਹੈ। ਅਗਲੀ ਵਿਉਂਤਬੰਦੀ ਫਿਰ ਵਿਚਾਰ ਕਰਦੇ ਹਾਂ, ਸਰਕਾਰ ਕੀ ਫੈਸਲੇ ਕਰਦੀ ਹੈ। ਸਾਰੀਆਂ ਜਥੇਬੰਦੀਆਂ ਰਲ ਕੇ ਅਸੀਂ ਨੌਜਵਾਨਾਂ ਦੇ ਹੱਕ 'ਚ, ਆਪਣੀ ਫੌਜੀ ਜਵਾਨਾਂ ਦੇ ਹੱਕ 'ਚ ਤੇ ਰਿਟਾਇਰਮੈਂਟ ਜਵਾਨਾਂ ਦੇ ਹੱਕ 'ਚ ਲਗਾਤਾਰ ਸੰਘਰਸ਼ ਕਰਾਂਗੇ। ਇਹਦੀ ਆਉਣ ਵਾਲੇ ਸਮੇਂ 'ਚ ਤੁਹਾਨੂੰ ਯੋਜਨਾ ਸਾਹਮਣੇ ਆਊਗੀ। ਅੱਜ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਦੇ ਵਿੱਚ ਨਾਲ ਸਾਡੇ ਸਾਬਕਾ ਸੈਨਿਕ ਵੀ ਆ ਤੇ ਨੌਜਵਾਨ ਵੀ ਪੂਰੀ ਤਰ੍ਹਾਂ ਨਾਲ ਆ। ਅੱਜ ਅਸੀਂ ਗੋਲਡਨ ਗੇਟ ਅੰਮ੍ਰਿਤਸਰ ਦੇ ਉੱਤੇ ਜਿਹੜਾ ਵਾ ਮੋਦੀ ਸਰਕਾਰ ਦਾ ਜਿਹੜਾ ਪੁਤਲਾ ਫੂਕਿਆ ਗਿਆ ਵਾ, ਕਿਉਂਕਿ ਜੋ ਅਗਨੀਪਥ ਜਿਹੜੀ ਯੋਜਨਾ ਵਾ ਕੇਂਦਰ ਸਰਕਾਰ ਲੈ ਗਈ ਹੈ, ਪੂਰੀ ਤਰ੍ਹਾਂ ਦੇਸ਼ ਦੇ ਵਿਰੁੱਧ ਆ, ਦੇਸ਼ ਦੇ ਹਿੱਤਾਂ ਦੇ ਵਿੱਚ ਨਹੀਂ ਆ। ਸਾਡੀ ਦੇਸ਼ ਦੀ ਰੱਖਿਆ ਪ੍ਰਣਾਲੀ ਨੂੰ ਕਮਜ਼ੋਰ ਕਰਨ ਵਾਲੀ ਆ, ਦੇਸ਼ ਨੂੰ ਜਿਹੜਾ ਵੇਚਣ ਵਾਲੀ ਆ। ਇਸ ਕਰਕੇ ਅਸੀਂ ਜਿਹੜਾ ਇਹਦਾ ਪੂਰੀ ਤਰ੍ਹਾਂ ਵਿਰੋਧ ਕਰਦੇ ਹਾਂ, ਕਿਉਂਕਿ ਸਾਡਾ ਨੌਜਵਾਨ ਜਿਹੜਾ ਵਾ 4 ਸਾਲਾਂ ਬਾਅਦ ਜਿਹੜਾ ਰਿਟਾਇਰ ਹੋ ਕੇ ਘਰਾਂ ਨੂੰ ਆ ਜਾਓ, ਸਾਰੀਆਂ ਸੇਵਾਵਾਂ ਤੋਂ ਜਿਹੜਾ ਵਾ ਵਾਂਝਿਆ ਰਹਿ ਜਾਊਗਾ। ਕਿਉਂਕਿ ਜਿਹੜੇ MLA MP ਆ ਆਪਣੀਆਂ ਤੇ ਇਹਨਾਂ ਦੀਆਂ ਜਿਹੜੀਆਂ ਵਾ ਉਹ ਲੱਗਦੀਆਂ ਵਾ
ਤਨਖਾਹ ਹਰ ਵਾਰੀ ਪੈਨਸ਼ਨਾਂ ਜਿਹੜੀਆਂ ਲਾ ਲੈਂਦੇ, ਪਰ ਦੇਸ਼ ਦਾ ਜਵਾਨ ਹੈ ਜਿਹਨੇ ਦੇਸ਼ ਦੀਆਂ ਸਰਹੱਦਾਂ ਦੇ ਉੱਤੇ ਕੁਰਬਾਨੀਆਂ ਕਰਦੀਆਂ, ਆਪਣੀਆਂ ਜਿਹੜਾ ਵਾ ਜਾਨ ਵੀ ਵਾਰ ਦੇਣੀ, ਪਰ ਉਹਦੇ ਵਾਸਤੇ ਸਿਰਫ 4 ਸਾਲਾਂ ਵਾਸਤੇ ਅਗਨੀਪਥ ਯੋਜਨਾ ਜਿਹੜੀ ਲੈ ਕੇ ਬਿਲਕੁਲ ਜਿਹੜੀ ਆ ਇਹ ਠੇਕੇਦਾਰੀ ਸਿਸਟਮ ਹੈ। ਸਾਡੀ ਫੌਜ ਨੂੰ ਜਿਹੜਾ ਵਾ ਉਹ ਠੇਕੇ ਤੇ ਦਿੱਤਾ ਜਾ ਰਿਹਾ ਵਾ, ਠੇਕੇ ਤੇ ਦੇ ਕੇ ਪੂਰੀ ਤਰ੍ਹਾਂ ਸਾਡੇ ਦੇਸ਼ ਨੂੰ ਕਮਜ਼ੋਰ ਕਰਦੀਆਂ ਜਿਹੜੀਆਂ ਚਾਲਾਂ ਜਿਹੜੀਆਂ ਕਰ ਰਹੀਆਂ ਕਾਰਪੋਰੇਟ ਘਰਾਣਿਆਂ ਨੂੰ ਪੂਰੀ ਤਰ੍ਹਾਂ ਕਾਬਜ਼ ਕਰਾਉਣ ਵਾਸਤੇ ਜਿਹੜੀਆਂ ਨੀਤੀਆਂ ਇਹ ਲਾਗੂ ਕੀਤੀਆਂ ਜਾ ਰਹੀਆਂ, ਜਿਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਤੇ ਕਰਦੇ ਰਵਾਂਗੇ। ਅਗਰ ਸਰਕਾਰ ਇਸ ਤੋਂ ਭੱਜਦੀ ਆ, ਆਨਾਕਾਨੀ ਕਰਦੀ ਆ, ਤਾਂ ਅਸੀਂ ਪੂਰੀ ਤਰ੍ਹਾਂ ਜਥੇਬੰਦੀਆਂ ਨਾਲ ਮੀਟਿੰਗ ਲਾ ਕੇ ਆਪਣੀ ਜਥੇਬੰਦੀ ਵੱਲੋਂ ਵੀ ਜੋ ਆ ਅਸੀਂ ਇਹਦਾ ਜਿਹੜਾ ਵਾ ਡਟ ਕੇ ਵਿਰੋਧ ਕਰਾਂਗੇ। ਕਾਲੇ ਕਾਨੂੰਨਾਂ ਨੂੰ ਵੱਡੇ ਤੋਂ ਵੱਡਾ ਜਿਹੜਾ ਵਾ ਐਕਸ਼ਨ ਆ ਉਹ ਵੀ ਲੀਕ ਕੇ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਵਾ ਉਹ ਲੜਾਂਗੇ। ਇਸ ਯੋਜਨਾ ਨੂੰ ਜਿਹੜਾ ਪੂਰੀ ਤਰ੍ਹਾਂ ਰੱਦ ਕਰਵਾਵਾਂਗੇ। ਇਸ ਮੌਕੇ ਤੇ ਸਾਬਕਾ ਫੌਜੀ ਯੂਨੀਅਨ ਦੇ ਆਗੂ ਵੱਲੋਂ ਵੀ ਕੇਂਦਰ ਸਰਕਾਰ ਦੀ ਇਸ ਯੋਜਨਾ ਦੀ ਨਿਖੇਧੀ ਕੀਤੀ ਗਈ ਹੈ। ਉਹਨਾਂ ਵੱਲੋਂ ਆਖਿਆ ਗਿਆ ਕਿ 4 ਸਾਲ ਫੌਜ ਦੇ ਵਿੱਚ ਲਗਾ ਕੇ ਜਦ ਵਾਪਸ ਘਰ ਪਰਤਣਗੇ ਨੌਜਵਾਨ ਤਾਂ ਆਪਣੇ ਘਰ ਦੀ ਦੇਖਭਾਲ ਕਿਸ ਤਰ੍ਹਾਂ ਕਰਨਗੇ, ਇਹ ਇੱਕ ਵੱਡਾ ਸਵਾਲ ਹੈ। ਇਸ ਮੌਕੇ ਸਾਬਕਾ ਫੌਜੀ ਵੱਲੋਂ ਵੀ ਕੇਂਦਰ ਸਰਕਾਰ ਨੂੰ ਇਹ ਯੋਜਨਾ ਵਾਪਸ ਲੈਣ ਦੀ ਅਪੀਲ ਕਰਦੇ ਹੋਏ ਸੰਘਰਸ਼ ਦੀ ਚੇਤਾਵਨੀ ਦਿੱਤੀ ਗਈ ਹੈ। ਮੈਂ ਐਕਸ ਸਰਵਿਸਮੈਨ ਯੂਨੀਅਨ ਵੈਲਫੇਅਰ ਰਜਿਸਟਰਡ ਪੰਜਾਬ ਅੰਮ੍ਰਿਤਸਰ ਦਾ ਜਨਰਲ ਸੈਕਟਰੀ ਗੋਪਾਲ ਸਿੰਘ ਕੋਟਲਾ ਸੁਲਤਾਨ ਸਿੰਘ ਜੀ। ਅੱਛਾ, ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਕਿਹਦੇ ਖਿਲਾਫ ਕੀਤਾ ਜਾ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਹੈ? ਇਹ ਰੋਡ ਪ੍ਰਦਰਸ਼ਨ ਤੁਹਾਨੂੰ ਖੁਦ ਪਤਾ ਜੀ 5-6 ਦਿਨਾਂ ਤੋਂ ਜਿਹੜਾ ਅਗਨੀਪਥ ਯੋਜਨਾ ਮੋਦੀ ਸਰਕਾਰ ਲੈ ਕੇ ਆਈ ਆ, ਇਹ ਬਹੁਤ ਮਾਰੂ ਯੋਜਨਾ ਨੌਜਵਾਨਾਂ ਵਾਸਤੇ। ਉਹਨਾਂ ਦਾ ਜਿਹੜਾ ਫਿਊਚਰ ਆ ਬਿਲਕੁਲ ਉਹ ਧੁੰਦਲਾ ਨਜ਼ਰ ਆਉਣ ਡਿਆ, ਕਿਉਂਕਿ ਮੋਦੀ ਸਰਕਾਰ ਨੇ ਪਹਿਲਾਂ ਹੀ ਜਿਹੜਾ ਫੌਜ ਆ ਪਹਿਲਾਂ 75,000 ਭਰਤੀ ਹੁੰਦੀ ਸੀ, ਇਸ ਵੇਲੇ 50,000 ਕਰਤੀ, 2019 ਤੋਂ ਬਿਲਕੁਲ ਬੰਦ ਕਰਤੀ। ਤੇ ਸਾਡੇ ਨੌਜਵਾਨ ਦਿਲ ਵਿੱਚ ਸੁਪਨਾ ਲੈ ਕੇ ਬੈਠੇ ਸੀ, ਜਿਨ੍ਹਾਂ ਦਾ ਮੈਡੀਕਲ ਹੋਇਆ, ਫਿਜ਼ੀਕਲ ਹੋਇਆ, ਰਿਟਨ ਟੈਸਟ ਦੀ ਤਿਆਰੀ ਸੀ, ਉਹ ਵੀ ਇਹਨੇ ਬਿਲਕੁਲ ਬੰਦ ਕਰਤਾ। 4 ਸਾਲ ਲਿਆ ਕੇ ਜਿਹੜਾ ਠੇਕੇਦਾਰੀ ਸਿਸਟਮ ਸ਼ੁਰੂ ਕਰਨ ਜਾ ਰਹੀ ਆ। ਅਸੀਂ ਚਾਹੁੰਦੇ ਆ ਵੀ ਠੇਕੇਦਾਰ ਪਹਿਲੋਂ ਜਿਹੜਾ 4 ਸਾਲ ਦਾ ਸਿਸਟਮ ਆ MP ਤੇ ਲਾਗੂ ਹੋਵੇ, MLA ਤੇ ਹੋਵੇ, ਖੁਦ ਮੋਦੀ ਜਿਹੜਾ 8 ਸਾਲ ਤੋਂ ਬੈਠਾ ਉਹ ਵੀ 4 ਸਾਲ ਨਹੀਂ ਕਰੇ ਤੇ ਅਫਸਰਾਂ ਤੇ ਲਾਗੂ ਕਰੇ ਪਹਿਲੋਂ। ਇਹ ਨੌਜਵਾਨਾਂ ਦੇ ਨਾ ਕਰੇ, ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕਰਨ ਜਾਣ ਡਈ ਮੋਦੀ ਸਰਕਾਰ। ਸਰਕਾਰ ਦਾ ਕਹਿਣਾ ਜੀ ਅਸੀਂ 4 ਸਾਲਾਂ ਤੋਂ ਬਾਅਦ ਨੌਜਵਾਨ ਨੂੰ ਕਿੰਨਾ 12 ਲੱਖ ਰੁਪਇਆ ਦੇਵਾਂਗੇ, ਤੁਸੀਂ ਇਸ ਚੀਜ਼ ਨੂੰ ਕਿੱਦਾਂ ਦੇਖਦੇ ਹੋ? ਇਸ ਚੀਜ਼ ਨੂੰ ਅਸੀਂ ਬਿਲਕੁਲ ਜ਼ੀਰੋ ਦੇਖਦੇ ਆ। 12 ਲੱਖ ਨਾਲ ਕੁਝ ਨਹੀਂ ਬਣਨਾ। ਜਿਹੜੀ ਪੈਨਸ਼ਨ ਪਾਲਿਸੀ ਆ ਇਹ ਜਿਹੜੀ ਬੰਦ ਕੀਤੀ ਗਈ ਆ, ਪੈਨਸ਼ਨ ਹੀ ਸਹਾਰਾ ਹੁੰਦਾ। ਲੋਕ 15 ਸਾਲ 20 ਸਾਲ ਨੌਕਰੀ ਕਰਕੇ ਆਉਂਦੇ, ਆਪਣੀ ਸਾਰੀ ਲਾਈਫ ਬਈ ਕੇ ਪੈਨਸ਼ਨ ਦੇ ਸਹਾਰੇ ਗੁਜ਼ਾਰਦੇ ਆ। ਇਸ ਕਰਕੇ ਉਹ ਜਿਹੜਾ ਆਸਤੇ ਇਹਨੇ ਜਿੱਦਾਂ ਇਹ ਨੌਜਵਾਨਾਂ ਨਾਲ ਕੀਤਾ, ਜਿਹੜੇ ਐਕਸ ਸਰਵਿਸਮੈਨ ਆ ਜਾਂ ਔਨ ਸਰਵਿਸ ਤੇ ਉਹਨਾਂ ਦੀ ਵੀ ਪੈਨਸ਼ਨ ਬੰਦ ਕਰਨ ਜਾ ਰਹੀ ਆ, ਮੈਡੀਕਲ ਫੈਸਿਲਿਟੀ ਬੰਦ ਕਰਨ ਜਾ ਰਹੀ, CSD ਫੈਸਿਲਿਟੀ ਬੰਦ ਕਰਨ ਜਾ ਰਹੀ ਹੈ। ਨੌਜਵਾਨਾਂ ਦੇ ਭਵਿੱਖ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ। ਇਹ ਮੋਦੀ ਸਰਕਾਰ ਖੁਦ ਅਸੀਂ ਚਾਹੁੰਦੇ ਆ ਜਿਹੜੇ ਆਪਣੀ ਉਮਰ ਦਾ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਆ, 60 ਸਾਲ ਤੋਂ 70 ਸਾਲ ਤੋਂ ਦੇਸ਼ ਚਲਾ ਰਹੇ ਤੇ ਨੌਜਵਾਨ ਨੂੰ 25 ਸਾਲ 'ਚ ਰਿਟਾਇਰ ਕਰਕੇ ਕਿਹੜੇ ਬੰਨੇ ਘੱਲਣਗੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਜਾ ਰਹੀ ਅਗਨੀਪਥ ਯੋਜਨਾ ਨੂੰ ਲੈ ਕੇ ਨੌਜਵਾਨਾਂ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਵਿੱਚ ਤਿੱਖੇ ਰੋਸ ਪ੍ਰਦਰਸ਼ਨ ਦੇਖੇ ਗਏ, ਪਰ ਕੇਂਦਰ ਸਰਕਾਰ ਇਸ ਯੋਜਨਾ ਨੂੰ ਵਾਪਸ ਲੈਣ ਦੀ ਤਿਆਰੀ ਦੇ ਵਿੱਚ ਨਹੀਂ ਹੈ ਅਤੇ ਐਲਾਨ ਵੀ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਵੱਲੋਂ ਕਿ ਇਹ ਯੋਜਨਾ ਵਾਪਸ ਨਹੀਂ ਹੋਵੇਗੀ। ਪਰ ਦੂਸਰੇ ਪਾਸੇ ਕਿਸਾਨ ਆਗੂਆਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਜਿਸ ਤਰ੍ਹਾਂ ਖੇਤੀਬਾੜੀ ਕਾਨੂੰਨ ਵਾਪਸ ਲੈਣੇ ਪਏ ਸਰਕਾਰ ਨੂੰ, ਉਸੇ ਤਰ੍ਹਾਂ ਇਹ ਯੋਜਨਾ ਵੀ ਵਾਪਸ ਲੈਣੀ ਪਵੇਗੀ।